ਅੱਜ ਆਪਾਂ ਗੱਲ ਕਰਾਂਗੇ ਇੱਕ ਪੜ੍ਹੇ ਲਿਖੇ ਨੌਜਵਾਨ ਬਾਰੇ ਜੋ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ, ਜਿਸ ਦਾ ਨਾਮ ਗੁਰਧਿਆਨ ਸਿੰਘ ਸੀ, ਜੋ ਕਿ ਸ਼ਹਿਰ ਦੇ ਵਿੱਚ ਪੜ੍ਹਨ ਦੇ ਲਈ ਗਿਆ ਹੋਇਆ ਸੀ ਅਤੇ ਉਸ ਦਾ ਪਿਤਾ ਇੱਕ ਸਰਕਾਰੀ ਅਫਸਰ ਸੀ। ਗੁਰਧਿਆਨ ਸਿੰਘ ਦੀ ਪੜ੍ਹਾਈ ਪੂਰੀ ਹੋਈ ਤੇ ਪੜ੍ਹਾਈ ਤੋਂ ਬਾਅਦ ਗੁਰਧਿਆਨ ਸਿੰਘ ਨੇ ਇੱਕ ਟੈਸਟ ਦਿੱਤਾ, ਪਰ ਟੈਸਟ ਵਿੱਚੋਂ ਪਾਸ ਨਾ ਹੋ ਪਾਇਆ। ਫਿਰ ਗੁਰਧਿਆਨ ਸਿੰਘ ਨੇ ਸੋਚਿਆ ਕਿ ਪਿਤਾ ਜੀ ਵੱਡੀ ਪੋਸਟ ਤੇ ਹਨ ਤੇ ਉਹ ਮੈਨੂੰ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਲਵਾ ਹੀ ਦੇਣਗੇ, ਪਰ ਸ਼ਾਇਦ ਗੁਰਧਿਆਨ ਨੂੰ ਨਹੀਂ ਸੀ ਪਤਾ ਕਿ ਉਸਦੇ ਦੇਖੇ ਹੋਏ ਸੁਪਨੇ ਅਧੂਰੇ ਹੀ ਰਹਿ ਜਾਣਗੇ। ਗੁਰਧਿਆਨ ਸਿੰਘ ਜੀ ਦੀ ਮਾਤਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਤੇ ਅਚਾਨਕ ਉਸਦੇ ਪਿਤਾ ਜੀ ਦੀ ਵੀ ਮੌਤ ਹੋ ਜਾਂਦੀ ਹੈ ਤੇ ਪਹਿਲਾਂ ਗੁਰਧਿਆਨ ਸਿੰਘ ਸੋਚਦਾ ਸੀ ਕਿ ਪਿਤਾ ਜੀ ਵੱਡੀ ਪੋਸਟ ਤੇ ਨੇ, ਮੈਨੂੰ ਕਿਤੇ ਨਾ ਕਿਤੇ ਲਵਾ ਦੇਣਗੇ। ਚਲੋ ਮੇਰੀ ਕਿਸਮਤ ਸ਼ਾਇਦ ਪਿਤਾ ਜੀ ਦਾ ਸਾਥ ਇੱਥੋਂ ਤੱਕ ਹੀ ਸੀ। ਹੁਣ ਉਹ ਸੋਚਦਾ ਹੈ ਕਿ ਮੈਂ ਆਪਣੀ ਪਤਨੀ ਸੁਮਨਪ੍ਰੀਤ ਕੌਰ ਦੀਆਂ ਖੁਆਇਸ਼ਾਂ ਕਿਵੇਂ ਪੂਰੀ ਕਰਾਂਗਾ, ਉਸਦੇ ਸ਼ੌਂਕ ਕਿਵੇਂ ਪੂਰੇ ਕਰਾਂਗਾ, ਤੇ ਉਹ ਪੜ੍ਹੀ ਲਿਖੀ ਵੀ ਹੈ। ਹੁਣ ਵਿਆਹ ਤੋਂ ਬਾਅਦ ਸੁਮਨਪ੍ਰੀਤ ਕੌਰ ਹਰ ਚੀਜ਼ ਮੇਰੇ ਤੋਂ ਹੀ ਮੰਗੇਗੀ ਤੇ ਮੈਂ ਕਿੱਥੋਂ ਲਿਆ ਕੇ ਦੇਵਾਂਗਾ, ਤੇ ਪਿਤਾ ਜੀ ਦੀ ਕੋਈ ਜੋੜੀ ਹੋਈ ਜਾਇਦਾਦ ਵੀ ਨਹੀਂ ਜਿਸ ਨੂੰ ਵੇਚ ਕੇ ਮੈਂ ਕੋਈ ਕੰਮ ਕਰ ਸਕਾਂ। ਗੁਰਧਿਆਨ ਸਿੰਘ ਪਰੇਸ਼ਾਨ ਸੀ ਕਿ ਹੁਣ ਮੈਂ ਕੀ ਕਰਾਂ, ਤੇ ਫਿਰ ਗੁਰਧਿਆਨ ਸਿੰਘ ਨੇ ਸੋਚਿਆ ਕਿ ਆਪਾਂ ਦੋਨੋਂ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਾਉਨੇ ਹਾਂ। ਤੇ ਅਗਲੇ ਦਿਨ ਹੀ ਗੁਰਧਿਆਨ ਸਿੰਘ ਤੇ ਉਸ ਦੀ ਪਤਨੀ ਦੋਨੋਂ ਹੀ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ ਨੇ ਤੇ ਉਹ ਦੋਨੇ ਉੱਥੇ ਇੱਕ ਹਫ਼ਤਾ ਰੁਕਦੇ ਨੇ ਅਤੇ ਦਿਨ ਰਾਤ ਲੰਗਰ ਅਤੇ ਜੋੜਿਆਂ ਦੀ ਸੇਵਾ ਕਰਦੇ ਨੇ। ਇੱਕ ਹਫ਼ਤੇ ਤੋਂ ਬਾਅਦ ਉਹ ਫਿਰ ਪਤੀ ਪਤਨੀ ਵਾਪਸ ਘਰ ਆ ਜਾਂਦੇ ਨੇ। ਜਦੋਂ ਉਹ ਆਪਣੇ ਘਰ ਪਹੁੰਚਦੇ ਹੀ ਨੇ ਕਿ ਕੁਝ ਹੀ ਦੇਰ 'ਚ ਗੁਰਧਿਆਨ ਨੂੰ ਪਿੰਡ ਦੇ ਵਿੱਚੋਂ ਇੱਕ ਆਦਮੀ ਬੁਲਾਉਣ ਆਉਂਦਾ ਹੈ ਕਿ ਤੁਹਾਨੂੰ ਪਿੰਡ ਦੇ ਲੰਬੜਦਾਰ ਨੇ ਬੁਲਾਇਆ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ, ਜੋ ਕਿ ਪਿੰਡ ਦੇ ਵਿੱਚ ਸਭ ਤੋਂ ਅਮੀਰ ਤੇ ਪੈਸੇ ਵਾਲਾ ਆਦਮੀ ਹੈ। ਗੁਰਧਿਆਨ ਸਿੰਘ ਪਿੰਡ ਦੇ ਲੰਬੜਦਾਰ ਨੂੰ ਮਿਲਣ ਦੇ ਲਈ ਚਲਿਆ ਜਾਂਦਾ ਹੈ। ਜਾ ਕੇ ਕਹਿੰਦਾ ਹੈ ਕਿ ਲੰਬੜਦਾਰ ਜੀ, ਤੁਸੀਂ ਮੈਨੂੰ ਬੁਲਾਇਆ ਹੈ? ਹਾਂ ਬੇਟਾ, ਮੇਰਾ ਲੜਕਾ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ, ਤੁਸੀਂ ਉਹਨੂੰ ਟਿਊਸ਼ਨ ਪੜ੍ਹਾ ਦਿਆ ਕਰੋ, ਤੁਹਾਡੇ ਰਹਿਣ ਦਾ ਇੰਤਜ਼ਾਮ ਵੀ ਮੈਂ ਇੱਥੇ ਹੀ ਕਰਵਾ ਦਿੰਦਾ ਹਾਂ। ਲੰਬੜਦਾਰ ਨੇ ਗੁਰਧਿਆਨ ਸਿੰਘ ਨੂੰ ਕੰਮ ਅਤੇ ਮਕਾਨ ਦੇ ਕੇ ਉਸ ਦੀ ਅੱਧੀ ਟੈਨਸ਼ਨ ਦੂਰ ਕਰ ਦਿੱਤੀ ਸੀ। ਲੰਬੜਦਾਰ ਨੇ ਜਿਹੜਾ ਘਰ ਗੁਰਧਿਆਨ ਸਿੰਘ ਨੂੰ ਦਿੱਤਾ ਸੀ ਉਹ ਸਾਫ਼ ਸੁਥਰਾ ਅਤੇ ਹਵਾਦਾਰ ਸੀ ਤੇ ਇਸ ਤਰ੍ਹਾਂ ਦਾ ਮਕਾਨ ਪਿੰਡ ਦੇ ਵਿੱਚ ਕਿਰਾਏ ਤੇ 4 ਜਾਂ 5,000 ਤੋਂ ਘੱਟ ਨਹੀਂ ਮਿਲਦਾ, ਜੋ ਕਿ ਲੰਬੜਦਾਰ ਨੇ ਗੁਰਧਿਆਨ ਸਿੰਘ ਨੂੰ ਰਹਿਣ ਦੇ ਲਈ ਫ੍ਰੀ ਦਿੱਤਾ ਸੀ ਅਤੇ ਸਿਰਫ 2 ਘੰਟੇ ਪੜ੍ਹਾਉਣ ਦਾ ਹੀ ਕੰਮ ਮਿਲਿਆ ਸੀ ਤੇ ਉਹਦੇ ਕੋਲ ਰਹਿਣ ਦਾ ਇੰਤਜ਼ਾਮ ਵੀ ਹੋ ਗਿਆ। ਇੱਕ ਦਿਨ ਲੰਬੜਦਾਰ ਕਹਿਣ ਲੱਗੇ ਕਿ ਤੂੰ ਮੇਰੇ ਬੱਚਿਆਂ ਵਰਗਾ ਹੈ। ਲੰਬੜਦਾਰ ਤੇ ਉਸਦੀ ਪਤਨੀ ਗੁਰਧਿਆਨ ਸਿੰਘ ਦਾ ਬਹੁਤ ਆਦਰ ਤੇ ਮਾਣ ਕਰਦੇ ਸੀ। ਜੇ ਦੇਖਿਆ ਜਾਵੇ ਤਾਂ ਉਹ ਉਹਨੂੰ ਆਪਣੇ ਪੁੱਤਾਂ ਵਾਂਗੂ ਹੀ ਸਮਝਦੇ ਸੀ ਤੇ ਘਰ ਦੇ ਹਰ ਇੱਕ ਕੰਮ ਦੇ ਵਿੱਚ ਉਸ ਦੀ ਸਲਾਹ ਲੈਂਦੇ ਸੀ। ਇੱਕ ਦਿਨ ਲੰਬੜਦਾਰ ਦੀ ਪਤਨੀ ਗੁਰਧਿਆਨ ਸਿੰਘ ਨੂੰ ਕਹਿਣ ਲੱਗੀ ਕਿ ਬੇਟਾ, ਜੇਕਰ ਤੇਰੇ ਕੋਲ ਸਮਾਂ ਹੈ ਤਾਂ ਇੱਕ ਤੇਰੇ ਨਾਲ ਸਲਾਹ ਕਰਨੀ ਹੈ, ਤੇ ਮੁੰਡੇ ਦਾ ਨਾਮ ਗੁਰਦਿਆਲ ਸਿੰਘ ਸੀ। ਤੇ ਲੰਬੜਦਾਰ ਦੀ ਪਤਨੀ ਗੁਰਧਿਆਨ ਸਿੰਘ ਨੂੰ ਕਹਿਣ ਲੱਗੀ ਕਿ ਗੁਰਦਿਆਲ ਸਿੰਘ ਦੇ ਵਿਆਹ ਦੇ ਲਈ ਇੱਕ ਬਹੁਤ ਸੋਹਣਾ ਰਿਸ਼ਤਾ ਆਇਆ ਹੈ। ਲੰਬੜਦਾਰ ਦੀ ਪਤਨੀ ਗੁਰਧਿਆਨ ਸਿੰਘ ਨੂੰ ਪੁੱਛਣ ਲੱਗੀ ਕਿ ਤੇਰੀ ਕੀ ਸਲਾਹ ਹੈ? ਆਪਾਂ ਗੁਰਦਿਆਲ ਸਿੰਘ ਦਾ ਵਿਆਹ ਕਰਨਾ ਹੈ। ਗੁਰਧਿਆਨ ਸਿੰਘ ਕਹਿਣ ਲੱਗਿਆ ਕਿ ਮਾਤਾ ਜੀ, ਇਹ ਵਿਆਹ ਵਾਲੀ ਗੱਲ ਤੁਸੀਂ ਗੁਰਦਿਆਲ ਸਿੰਘ ਨਾਲ ਹੀ ਕਰੋ, ਕਿਉਂਕਿ ਵਿਆਹ ਗੁਰਦਿਆਲ ਸਿੰਘ ਨੇ ਹੀ ਕਰਵਾਉਣਾ ਹੈ। ਲੰਬੜਦਾਰ ਦੀ ਪਤਨੀ ਕਹਿਣ ਲੱਗੀ ਕਿ ਤੂੰ ਬਹੁਤ ਸਮਝਦਾਰ ਹੈ, ਇਸ ਕਰਕੇ ਮੈਂ ਇਹ ਗੱਲ ਤੇਰੇ ਤੋਂ ਪੁੱਛਣਾ ਚਾਹੁੰਦੀ ਹਾਂ। ਮੈਨੂੰ ਇਹ ਡਰ ਲੱਗਦਾ ਹੈ ਕਿ ਲੜਕਾ ਕਿਤੇ ਕੁਝ ਕਰ ਨਾ ਲਵੇ, ਇਸ ਕਰਕੇ ਮੈਨੂੰ ਲੱਗਦਾ ਹੈ ਕਿ ਟਾਈਮ ਨਾਲ ਹੀ ਉਸਦਾ ਵਿਆਹ ਕਰ ਦਈਏ। ਗੁਰਧਿਆਨ ਸਿੰਘ ਕਹਿਣ ਲੱਗਿਆ ਕਿ ਵੈਸੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਗੁਰਦਿਆਲ ਸਿੰਘ ਨੂੰ 21ਵਾਂ ਸਾਲ ਲੱਗ ਚੁੱਕਿਆ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਕੁੜੀ ਸਹੀ ਹੈ ਤਾਂ ਤੁਸੀਂ ਕਰ ਦਵੋ। ਤੇ ਲੰਬੜਦਾਰ ਦੀ ਪਤਨੀ ਕਹਿਣ ਲੱਗੀ ਕਿ ਸਾਰੀ ਵਿਆਹ ਦੀ ਤਿਆਰੀਆਂ ਗੁਰਧਿਆਨ ਤੂੰ ਹੀ ਕਰਵਾਉਣੀਆਂ ਨੇ। ਤੇ ਗੁਰਧਿਆਨ ਸਿੰਘ ਕਹਿਣ ਲੱਗੇ ਕਿ ਮਾਤਾ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਹੀ ਵਿਆਹ ਦਾ ਕੰਮ ਸੰਭਾਂਗਾ। ਵਿਆਹ ਦੀ ਤਿਆਰੀਆਂ ਸ਼ੁਰੂ ਹੋ ਗਈਆਂ। ਲੰਬੜਦਾਰ ਗੁਰਧਿਆਨ ਸਿੰਘ ਨੂੰ ਕਹਿਣ ਲੱਗਿਆ ਕਿ ਇਹ ਕੁਝ ਕੁ ਪੈਸੇ ਨੇ, ਤੂੰ ਆਪਣੇ ਕੋਲ ਰੱਖ, ਸਾਰਿਆਂ ਦਾ ਹਿਸਾਬ ਕਿਤਾਬ ਹੁਣ ਤੂੰ ਹੀ ਦੇਖਣਾ ਹੈ। ਜਦ ਕਿ ਹਲੇ 2 ਹੀ ਦਿਨ ਹੋਏ ਸੀ ਗੁਰਧਿਆਨ ਸਿੰਘ ਨੂੰ ਉਹਨਾਂ ਦੇ ਘਰ ਟਿਊਸ਼ਨ ਪੜ੍ਹਾਉਂਦੇ ਆ
ਉਸ ਨੂੰ 1 ਲੱਖ ਰੁਪਇਆ ਕੈਸ਼ ਦੇ ਦਿੱਤਾ ਵਿਆਹ ਦੇ ਵਿੱਚ ਖਰਚਾ ਕਰਨ ਦੇ ਲਈ। ਇਹ ਕੋਈ ਛੋਟੀ ਗੱਲ ਨਹੀਂ ਸੀ। ਦੇਖਦੇ ਹੀ ਦੇਖਦੇ ਗੁਰਧਿਆਨ ਸਿੰਘ ਇੱਕ ਟਿਊਸ਼ਨ ਟੀਚਰ ਤੋਂ ਮੈਨੇਜਰ ਬਣ ਬੈਠਾ। ਵਿਆਹ ਦੇ ਵਿੱਚ ਸਾਰਾ ਕੰਮ ਵਾਲਿਆਂ ਦੇ ਪੈਸੇ ਦੇਣ ਦੇ ਸਾਰੀ ਜ਼ਿੰਮੇਵਾਰੀ ਗੁਰਧਿਆਨ ਸਿੰਘ ਕੋਲ ਹੀ ਸੀ। ਕੁਝ ਦਿਨ ਪਹਿਲਾਂ ਹੀ ਗੁਰਧਿਆਨ ਸਿੰਘ ਗੁਰਦਿਆਲ ਸਿੰਘ ਦੀ ਹੋਣ ਵਾਲੀ ਪਤਨੀ ਦੇ ਲਈ ਸੋਨਾ ਖਰੀਦਣ ਜਾਂਦਾ ਹੈ ਤੇ ਉਸ ਗਹਿਣਿਆਂ ਵਾਲੀ ਦੁਕਾਨ ਤੇ ਖੜਾ ਹੋ ਕੇ ਸੋਚਦਾ ਹੈ ਕਿ ਕਾਸ਼ ਮੈਂ ਵੀ ਆਪਣੀ ਪਤਨੀ ਨੂੰ ਇਸ ਤਰ੍ਹਾਂ ਦੇ ਗਹਿਣੇ ਦਵਾ ਸਕਦਾ। ਘਰ ਆ ਕੇ ਗੁਰਧਿਆਨ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ 4 ਲੱਖ ਦੇ ਗਹਿਣੇ ਬਣਵਾਏ ਨੇ ਲੰਬੜਦਾਰ ਨੇ ਆਪਣੀ ਆਉਣ ਵਾਲੀ ਨੂੰਹ ਦੇ ਲਈ। ਦੱਸੋ, ਇੱਕ ਆਪਣੇ ਜਿਹੇ ਲੋਕ 2 ਟਾਈਮ ਦੀ ਰੋਟੀ ਖਾਣ ਨੂੰ ਤਰਸ ਜਾਂਦੇ ਨੇ, ਇੱਕ ਲੰਬੜਦਾਰ ਜਿਹੇ ਲੋਕ ਪੈਸਾ ਖਰਚ ਕਰਨ ਤੋਂ ਬਿਲਕੁਲ ਵੀ ਨਹੀਂ ਡਰਦੇ। ਤੇ ਗੁਰਧਿਆਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਇਹਨਾਂ ਅਮੀਰ ਲੋਕਾਂ ਦੇ ਨਾਲ ਆਪਣੀ ਕੀ ਬਰਾਬਰੀ, ਜਿਨ੍ਹਾਂ ਨੂੰ ਮਾਲਕ ਨੇ ਦਿੱਤਾ ਹੈ ਉਹੀ ਖਰਚਦੇ ਨੇ, ਆਪਾਂ ਤਾਂ ਰੋ ਕੇ ਹੀ ਮਰਨ ਵਾਸਤੇ ਜੰਮੇ ਹਾਂ। ਤੇ ਗੁਰਧਿਆਨ ਸਿੰਘ ਕਹਿਣ ਲੱਗਿਆ ਕਿ ਉਹ ਤਾਂ ਆਪਣੇ ਬਾਪ ਦਾਦਿਆਂ ਦੀ ਜਾਇਦਾਦ ਦੇ ਉੱਤੇ ਐਸ਼ ਕਰ ਰਹੇ ਨੇ, ਇੱਥੇ ਮਾਲਕ ਵੀ ਅਨਿਆਏ ਕਰਦਾ ਹੈ। ਤੇ ਗੁਰਧਿਆਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਇਸ ਦੇ ਵਿੱਚ ਮਾਲਕ ਦਾ ਕੀ ਦੋਸ਼, ਤੁਹਾਡੇ ਬਾਪ ਦਾਦੇ ਵੀ ਜਾਇਦਾਦ ਛੱਡ ਜਾਂਦੇ ਤਾਂ ਸ਼ਾਇਦ ਅੱਜ ਆਪਾਂ ਵੀ ਐਸ਼ ਕਰਦੇ। ਗੁਰਧਿਆਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਬਾਕੀ ਤਾਂ ਸਭ ਠੀਕ ਹੈ, ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੇਰੇ ਕੋਲ ਇੱਕ ਹੀ ਸੂਟ ਹੈ, ਲੰਬੜਦਾਰ ਦੇ ਮੁੰਡੇ ਦੇ ਵਿਆਹ ਦੇ ਵਿੱਚ ਕੀ ਪਾ ਕੇ ਜਾਵਾਂਗੀ, ਉਹਨਾਂ ਦੇ ਵਿਆਹ ਦੇ ਵਿੱਚ ਵੱਡੇ ਵੱਡੇ ਲੋਕ ਆਉਣਗੇ। ਗੁਰਧਿਆਨ ਸਿੰਘ ਕਹਿਣ ਲੱਗਿਆ ਕਿ ਮੈਂ ਇੰਨਾ ਵੀ ਮਰਿਆ ਹੋਇਆ ਨਹੀਂ ਕਿ ਤੈਨੂੰ ਇੱਕ ਨਵਾਂ ਸੂਟ ਨਾ ਦਵਾ ਸਕਾਂ, ਮੇਰੇ ਵੱਸ ਚੱਲੇ ਤਾਂ ਮੈਂ ਤੈਨੂੰ ਗਹਿਣਿਆਂ ਦੇ ਨਾਲ ਭਰ ਦੇਵਾਂ। ਉਸ ਦੀ ਪਤਨੀ ਕਹਿਣ ਲੱਗੀ ਕਿ ਬਸ ਜੀ, ਤੁਹਾਡੀ ਮਿੱਠੀਆਂ ਗੱਲਾਂ ਤੇ ਪਿਆਰ ਭਰਿਆ ਸਾਥ ਹੀ ਮੈਨੂੰ ਚਾਹੀਦਾ ਹੈ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਅਤੇ ਰਾਤ ਨੂੰ ਸੌਂਦੇ ਹੋਏ ਵੀ ਗੁਰਧਿਆਨ ਸਿੰਘ ਦੇ ਦਿਮਾਗ ਦੇ ਵਿੱਚ ਸੋਨੇ ਦੇ ਗਹਿਣੇ ਘੁੰਮ ਰਹੇ ਸੀ। ਗੁਰਧਿਆਨ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਆਪਣੇ ਸ਼ਹਿਰ ਵੀ ਇੰਨੇ ਵਧੀਆ ਗਹਿਣੇ ਬਣਦੇ ਨੇ, ਅਗਰ ਤੁਸੀਂ ਇਹ ਗਹਿਣੇ ਪਾ ਲਵੋ ਤਾਂ ਮਹਾਰਾਣੀ ਲੱਗੋਗੇ। ਗੁਰਧਿਆਨ ਸਿੰਘ ਦੀ ਪਤਨੀ ਕਹਿੰਦੀ ਹੈ ਕਿ ਸੁਣੋ ਜੀ, ਹੁਣ ਬਸ ਵੀ ਕਰੋ, ਗਹਿਣਿਆਂ ਵਾਲੀ ਗੱਲ ਨਾ ਹੀ ਕਰੋ ਤਾਂ ਠੀਕ ਹੈ। ਪਰ ਫਿਰ ਵੀ ਗੁਰਧਿਆਨ ਸਿੰਘ ਦੇ ਦਿਲ ਦੇ ਵਿੱਚ ਆ ਰਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਗਹਿਣੇ ਦਵਾਵੇਗਾ, ਪਰ ਉਹ ਇੰਨੇ ਮਹਿੰਗੇ ਗਹਿਣੇ ਦਵਾਵੇ ਕਿੱਥੋਂ। ਗੁਰਧਿਆਨ ਸਿੰਘ ਦੇ ਦਿਲ ਵਿੱਚ ਇੱਕ ਖਿਆਲ ਆਇਆ ਕਿ ਉਹ ਲੰਬੜਦਾਰ ਦੇ ਘਰੋਂ ਗਹਿਣੇ ਚੋਰੀ ਕਰਕੇ ਆਪਣੀ ਘਰ ਵਾਲੇ ਨੂੰ ਦੇ ਦੇਵੇ। ਤੇ ਉਹ ਵਿਆਹ ਤੋਂ 1 ਦਿਨ ਪਹਿਲਾਂ ਹੀ ਲੰਬੜਦਾਰ ਦੇ ਘਰੋਂ ਗਹਿਣੇ ਚੋਰੀ ਕਰਕੇ ਆਪਣੇ ਘਰ ਲੈ ਆਉਂਦਾ ਹੈ। ਤੇ ਅਗਲੇ ਦਿਨ ਸਵੇਰੇ ਗੁਰਧਿਆਨ ਸਿੰਘ ਦੀ ਪਤਨੀ ਗੁਰਧਿਆਨ ਸਿੰਘ ਨੂੰ ਅੰਮ੍ਰਿਤ ਵੇਲੇ ਉਠਾਉਂਦੀ ਹੈ ਕਿ ਲੰਬੜਦਾਰ ਦੇ ਘਰ ਗਹਿਣਿਆਂ ਦੀ ਚੋਰੀ ਹੋ ਗਈ ਹੈ। ਗੁਰਧਿਆਨ ਸਿੰਘ ਜਲਦੀ ਦੇ ਨਾਲ ਉੱਠ ਕੇ ਲੰਬੜਦਾਰ ਦੇ ਘਰ ਜਾਂਦਾ ਹੈ ਅਤੇ ਆਖਦਾ ਹੈ ਕਿ ਲੰਬੜਦਾਰ ਜੀ, ਇਹ ਸਭ ਕਿਵੇਂ ਹੋਇਆ। ਉਹ ਕਹਿੰਦੇ ਨੇ ਕਿ ਕੁਝ ਪਤਾ ਹੀ ਨਹੀਂ ਚੱਲਿਆ, ਇਹ ਸਭ ਕਿਵੇਂ ਹੋ ਗਿਆ। ਜਦੋਂ ਗੁਰਧਿਆਨ ਸਿੰਘ ਲੰਬੜਦਾਰ ਦੇ ਘਰ ਹੁੰਦਾ ਹੈ ਤਾਂ ਉਹਨਾਂ ਦੀ ਪਤਨੀ ਪਿੱਛੋਂ ਦੇਖਦੀ ਹੈ ਕਿ ਲੰਬੜਦਾਰ ਦੇ ਘਰ ਤੋਂ ਚੋਰੀ ਹੋਏ ਗਹਿਣੇ ਉਹਨਾਂ ਦੇ ਘਰ ਕਿਵੇਂ ਆਏ। ਤੇ ਗੁਰਧਿਆਨ ਘਰ ਵਾਪਸ ਆਉਂਦਾ ਹੈ ਤਾਂ ਉਸਦੀ ਘਰ ਵਾਲੀ ਪੁੱਛਦੀ ਹੈ ਕਿ ਇਹ ਗਹਿਣੇ ਆਪਣੇ ਘਰ ਕਿਵੇਂ ਆਏ। ਗੁਰਧਿਆਨ ਸਿੰਘ ਕਹਿੰਦਾ ਹੈ ਕਿ ਇਹ ਗਹਿਣੇ ਮੈਂ ਤੇਰੇ ਲਈ ਚੋਰੀ ਕੀਤੇ ਨੇ। ਗੁਰਧਿਆਨ ਸਿੰਘ ਦੀ ਪਤਨੀ ਚੁੱਪ ਹੋ ਗਈ ਅਤੇ ਰਾਤ ਹੋਈ ਤੇ ਉਹ ਸੋ ਗਏ। ਗੁਰਧਿਆਨ ਸਿੰਘ ਦੇ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਕਹਿਣ ਲੱਗੇ ਕਿ ਬੇਟਾ, ਤੂੰ ਇਹ ਗਲਤ ਕਰ ਰਿਹਾ ਹੈ, ਤੇਰੇ ਲਈ ਸਹੀ ਨਹੀਂ। ਧਿਆਨ ਸਿੰਘ ਇੱਕਦਮ ਡਰ ਕੇ ਉੱਠਿਆ, ਸੋਚਾਂ ਦੇ ਵਿੱਚ ਪੈ ਗਿਆ। ਗੁਰਧਿਆਨ ਸਿੰਘ ਨੂੰ ਆਪਣੇ ਕੀਤੇ ਦੇ ਪਛਤਾਵਾ ਹੋਇਆ ਤੇ ਸੋਚਣ ਲੱਗਿਆ ਕਿ ਹੁਣ ਮੈਂ ਇਹ ਗਹਿਣੇ ਕਿਵੇਂ ਵਾਪਸ ਰੱਖਾਂ। ਸਵੇਰ ਹੋਈ, ਗੁਰਧਿਆਨ ਸਿੰਘ ਨੇ ਲੰਬੜਦਾਰ ਦੇ ਸਾਰੇ ਪਰਿਵਾਰ ਨੂੰ ਸ਼ਾਮੀ ਖਾਣੇ ਤੇ ਬੁਲਾਇਆ ਤੇ ਖਾਣਾ ਖਵਾਇਆ। ਤੇ ਗੁਰਧਿਆਨ ਸਿੰਘ ਕਹਿਣ ਲੱਗਿਆ ਕਿ ਲੰਬੜਦਾਰ ਜੀ, ਤੁਸੀਂ ਅੱਜ ਸਾਡੇ ਘਰ ਹੀ ਰਹਿਣਾ ਹੈ। ਤੇ ਉਹਨਾਂ ਸਾਰੇ ਪਰਿਵਾਰ ਨੇ ਸਲਾਹ ਕੀਤੀ, ਉਹ ਰਹਿਣ ਦੇ ਲਈ ਮੰਨ ਗਏ। ਗੁਰਧਿਆਨ ਸਿੰਘ ਰਾਤ ਨੂੰ ਸਾਰੇ ਸੋਨੇ ਵਾਲੇ ਗਹਿਣੇ ਚੱਕ ਕੇ ਉਹਨਾਂ ਦੇ ਵਾਪਸ ਘਰ ਵਿੱਚ ਰੱਖ ਆਉਂਦਾ ਹੈ। ਇਹ ਕੋਈ ਚਮਤਕਾਰ ਸੀ ਜਾਂ ਗੁਰਧਿਆਨ ਦੀ ਇਮਾਨਦਾਰੀ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।